ਬਾਪੂ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਬਾਪੂ ਜੀ ਤੁਹਾਨੂੰ ਕੀ ਇਤਰਾਜ਼ ਹੈ ਜੀ? ਜਿਹੜੀ ਫੋਟੋ ਲੱਗੀ ਹੁੰਦੀ ਹੈ ਬੜੀ ਸੋਹਣੀ ਜੀ ਉੱਥੇ ਲੱਗੀ ਹੁੰਦੀ ਹੈ ਠੇਕੇ ਤੇ ਲੰਘਦੇ ਹੁੰਦੇ ਆ, ਦੱਸੋ ਜੀ ਉਸ ਤੇ ਇਤਰਾਜ਼ ਕੀ ਹੈ? ਦੇਖੋ ਮੇਰਾ ਅੰਗਰੇਜ਼ ਨੇ ਇਹ 'ਚ ਕੋਈ ਸ਼ੱਕ ਨਹੀਂ। 1914 ਦੇ ਵਿੱਚ ਪੰਜਾਬ ਦੇ ਵਿੱਚ ਆਬਕਾਰੀ ਐਕਟ ਬਣਾਇਆ ਜੀ ਜੀ 1914 14 ਚ। ਜੀ। ਉਦੋਂ ਪਹਿਲਾਂ ਖੁੱਲਾ ਕੰਮ ਸੀ। ਜੀ ਉਹਨੇ ਬੜਾ ਕੁਝ ਲਿਖਿਆ ਸੀ ਹਾਂ ਵੀ ਇਸਤਰੀ ਹਾਂ ਜਿਹੜੀ ਹੈ ਠੇਕੇ ਤੇ ਨਹੀਂ ਬੈਠੂ, ਜੀ ਇਸਤਰੀ ਸ਼ਰਾਬ ਲੈਣ ਨਹੀਂ ਜਾਊ, ਜੀ ਹਾਂ, ਜੀ। ਤੇ ਇਹਦੀ ਕਿਸੇ ਵੀ ਪ੍ਰਕਾਰ ਦੀ ਐਡਵਰਟਾਈਜ਼ਮੈਂਟ ਨਹੀਂ ਹੋ, ਜੀ ਹਾਂ, ਠੀਕ ਹੈ। ਔਰ ਬਹੁਤ ਤੇਜ਼ ਤੇ ਭੜਕੀਲੀਆਂ ਲਾਈਟਾਂ ਵੀ ਨਹੀਂ ਲੱਗਣਗੀਆਂ। ਜੀ। ਇਹ ਔਰ ਜਿਹੜਾ ਇਹਦਾ ਬੋਰਡ ਹੈ ਹਾਂ ਉਹ 3 ਫੁੱਟ ਚੌੜਾ ਤੇ 6 ਫੁੱਟ ਲੰਮਾ ਹੋਊਗਾ। ਜੀ ਉੱਤੇ ਮਤਲਬ ਠੇਕੇਦਾਰ ਦਾ ਨਾਂ, ਹਾਂ ਠੇਕੇ ਦਾ ਨਾਂ, ਉੱਤੇ ਪੰਜਾਬੀ ਚ, ਥੱਲੇ ਹਿੰਦੀ ਜਾਂ ਅੰਗਰੇਜ਼ੀ ਜਿਹੜਾ ਉਹ ਕਰੇ ਐ ਜੀ ਕਿਹੜੇ ਕਿਹੜੇ ਸਾਲ ਦਾ ਠੇਕਾ ਇਹ ਉਹਦਾ ਸੀ। ਹੁਣ ਕੀ ਕੀਤਾ ਕਿ ਜਦੋਂ ਇਹ ਤੇ ਕਬਜ਼ਾ ਹੋ ਗਿਆ, ਜੀ ਸਰਕਾਰ ਨੇ ਖੁਦ ਕਬਜ਼ਾ ਕਰ ਲਿਆ, ਆਮ ਬੰਦਾ ਘਰੇ ਕੱਢ ਕੇ ਪੀਣ ਵਾਲਾ ਦੋਸ਼ੀ ਬਣ ਗਿਆ, ਸਰਕਾਰ ਕੱਢ ਕੇ ਜਦੋਂ ਵੇਚਣ ਲੱਗ ਗਈ ਉਹਦਾ ਰੈਵਨਿਊ ਬਣ ਗਿਆ। ਜੀ ਰੈਵਨਿਊ ਵੀ ਕਿਉਂ ਕਮਾਲ ਆ ਕਿ ਪਹਿਲਾ ਰੈਵਨਿਊ 1914 ਜਿਹੜਾ ਆਇਆ ਉਹ 'ਚ ਪੰਜਾਬ ਦਾ ਪੱਛਮੀ ਪਾਕਿਸਤਾਨ ਵੀ ਸਾਰਾ, ਜੀ ਆਪਣੇ ਵਾਲਾ ਪੰਜਾਬ ਜਿੱਥੇ ਖੜੇ ਆ, ਜੀ। ਵਿੱਚੇ ਹਰਿਆਣਾ, ਵਿੱਚੇ ਦਿੱਲੀ, ਵਿੱਚੇ ਹਿਮਾਚਲ, ਜੀ ਇਹਨਾਂ ਸਾਰਿਆਂ ਦਾ 84 ਲੱਖ ਰੈਵਨਿਊ ਆਇਆ ਸੀ। ਜੀ ਤੇ ਅੱਜ ਲਾ ਲਓ ਹਿਸਾਬ ਵੀ ਕਿੰਨੇ ਹਜ਼ਾਰ ਕਰੋੜ ਹੈ। ਜੀ ਤੇ ਕਿਉਂ ਕਿ ਸਰਕਾਰਾਂ ਨੂੰ ਰੈਵਨਿਊ ਬਣ ਗਿਆ ਨਾ। ਹਰਿਆਣਾ, ਪੰਜਾਬ, ਦਿੱਲੀ, ਹਿਮਾਚਲ, ਚੰਡੀਗੜ੍ਹ। ਆ ਚੰਡੀਗੜ੍ਹ ਵੀ ਆ ਧੜੰਗ ਜਿਹਾ ਸ਼ਹਿਰ ਹੈ, ਇਹਦਾ ਵੀ ਵੱਖਰੀ ਪਾਲਿਸੀ ਹੈ ਯੂਨੀਅਨ ਟੈਰੀਟਰੀ ਬਣਾ ਕੇ, ਇਹਦੇ 'ਚ ਵੀ ਮਤਲਬ ਸੈਂਕੜੇ ਕਰੋੜਾਂ ਦਾ ਮਤਲਬ ਬਣਦਾ ਤੇ ਸ਼ਰਾਬ ਸਾਰੀ ਪੰਜਾਬ 'ਚ ਆ ਜਾਂਦੀ ਹੈ ਜਾਂ ਹਿਮਾਚਲ ਨੂੰ ਭੇਜ ਦਿੰਦੇ ਆ। ਜਿਹੜੀ ਉਹ ਦੱਸਿਆ ਵੀ ਥੋੜ੍ਹੇ ਥੋੜ੍ਹੇ ਕੱਪੜੇ, ਕਿਉਂਕਿ ਸ਼ਰਾਬ ਨੂੰ ਪ੍ਰਮੋਟ ਕਰਨਾ ਹੈ। ਬੰਦਿਆਂ ਨੇ ਬਹੁਤ ਪੀਣੀ ਸ਼ੁਰੂ ਕਰਤੀ। ਸਾਡੀ ਇਸਤਰੀ ਵਰਗ ਜਿਹੜਾ ਸਾਡਾ ਭਾਈਚਾਰਾ ਸੀਗਾ ਉਹਨੇ ਕਿਹਾ ਵੀ ਆਪਾਂ ਤਾਂ ਇਹਨਾਂ ਨੂੰ ਵੀ ਪਿਉਣੀ ਆ। ਅੱਛਾ ਉਹ ਫਿਰ ਪਿਉਣ ਵਾਸਤੇ ਕੀ ਹੈ ਵੀ ਕਿਸੇ ਬਿਊਟੀ ਸਲੂਨ ਦੇ ਵਿੱਚੋਂ ਇਸਤਰੀ ਨੂੰ ਲਿਆਉਂਦੇ ਆ, ਜੀ ਲੰਡੇ ਜਿਹੇ ਉਹਦੇ ਕੱਪੜੇ ਪਾਉਂਦੇ ਨੇ ਹਾਂ ਤੇ ਸਮੁੰਦਰ ਦੇ ਕਿਨਾਰੇ ਉਹਨੂੰ ਹਾਂ ਟੇਢੀ ਜੀ ਕਰਕੇ ਬਹਾ ਦਿੰਦੇ ਆ ਜੀ। ਤੇ ਗੋਡੇ ਦੇ ਉੱਤੇ ਨਾ ਸ਼ਰਾਬ ਵਾਲੀ ਬੋਤਲ ਹਾਂ ਧਰ ਕੇ ਤੇ ਬੜੀ ਸੋਹਣੀ ਹਿੰਦੀ 'ਚ ਲਿਖਿਆ ਆਓ ਮਜ਼ੇ ਕरें। ਜੀ ਜਦੋਂ ਮਜ਼ੇ ਕਰਨ ਜਨਾਨੀ ਨੂੰ ਤੁਸੀਂ ਐਡਵਰਟਾਈਜ਼ਮੈਂਟ ਦਾ ਸਾਧਨ ਬਣਾ ਲਓ ਤੇ ਫਿਰ ਵੱਖਰੋ ਵੱਖਰੋ ਲਾਓ ਹਿਸਾਬ ਵੀ ਉਹ ਸ਼ਰਾਬ, ਸਰਕਾਰ ਦੀ ਸ਼ਰਾਬ, ਵੱਡੇ ਵੱਡੇ ਕਾਰਖਾਨੇਦਾਰਾਂ ਦੀ ਸ਼ਰਾਬ ਕਿਵੇਂ ਵਿਕੂਗੀ, ਕਿਉਂਕਿ ਅੱਧੀ ਆਬਾਦੀ ਤਾਂ ਆਪਣੀ ਜਨਾਨੀ ਦੀ ਹੈ ਨਾ। ਅੱਧੀ ਆਬਾਦੀ ਜੇ ਪੂਰੀ 50 ਨਹੀਂ 49% ਤਾਂ ਪੱਕੀ ਹੈਗੀ। ਇਹ 49% ਦੇ ਵਿੱਚ ਵੀ ਇਹਨਾਂ ਨੇ ਸ਼ਰਾਬ ਨੂੰ ਵਾੜਨਾ ਹੈ ਤੇ ਪੀਣਗੇ ਤੇ ਇਹਨਾਂ ਦਾ ਰੈਵਨਿਊ ਹੋਰ ਉੱਚਾ ਆਊ। ਸਾਰੇ ਅਫਸਰ ਹੈ, ਜਿਹੜਾ ਵੀ ਕਲਾਸ 1 ਅਧਿਕਾਰੀ ਹੈ, ਪੈਂਟ ਕੋਟ ਤੇ ਟਾਈ ਲਾਉਂਦਾ ਹੈ, ਕਲੱਬਾਂ ਦੇ ਵਿੱਚ ਜਾਂਦਾ ਹੈ, ਉੱਥੇ ਸ਼ਰਾਬੀ ਪੀਂਦੇ ਆ ਇਹ। ਭਾਵੇਂ DC ਹੈ, ਭਾਵੇਂ SSP ਹੈ, ਭਾਵੇਂ CP ਹੈ, ਭਾਵੇਂ ਸਿਵਲ ਸਰਜਨ ਹੈ, ਜਿੰਨੇ ਜ਼ਿਲ੍ਹੇ ਪੱਧਰ ਦੇ ਅਧਿਕਾਰੀ ਨੇ ਉਹ ਕਲੱਬਾਂ ਸ਼ਰਾਬਾਂ ਪੀਂਦੇ ਆ। ਤੁਹਾਡੇ ਸੰਗਰੂਰ 'ਚ ਵੀ ਕਲੱਬ ਹੈਗਾ, ਲੁਧਿਆਣੇ 'ਚ ਵੀ ਹੈਗਾ, ਬਠਿੰਡੇ, ਪਰ ਜੇ ਤੁਸੀਂ ਨਹੀਂ ਉੱਥੇ ਜਾ ਸਕਦੇ ਕਿਉਂਕਿ ਤੁਹਾਡੇ ਕੱਪੜੇ ਨਾ ਉਹਨਾਂ ਦੇ ਅਨੁਸਾਰ ਨਹੀਂ ਪਾਏ ਦਿੰਦੇ। ਕਰੈਕਟਰ ਭਾਵੇਂ ਜਿਹੜਾ ਮਰਜ਼ੀ ਮਾੜਾ ਹੋਵੇ, ਜਿੰਨਾ ਮਰਜ਼ੀ ਕਰਪਟ ਹੋਣ, ਜਿੰਨੇ ਮਰਜ਼ੀ ਭ੍ਰਸ਼ਟ ਹੋਣ, ਪਰ ਕੱਪੜੇ ਉਹਨਾਂ ਦੀ ਇੱਕ ਡਰੈਸ ਬਣਾਈ ਹੈ, ਡਰੈਸ ਕੋਡ ਵੀ ਪੈਂਟ ਕੋਟ ਟਾਈ ਬੂਟ ਅੰਗਰੇਜ਼ੀ, ਤੇ ਫਿਰ ਉਹ ਸ਼ਰਾਬ ਵੇਚਣ। ਇਹ ਵੀ ਇੱਕ ਐਡਵਰਟਾਈਜ਼ਮੈਂਟ ਦਾ ਸਾਧਨ। ਨਹੀਂ ਬਾਪੂ ਜੀ ਤੁਸੀਂ ਕਿਵੇਂ ਤੁਰਦੇ ਸੀ? ਤੁਸੀਂ ਵੀ ਇੱਕ ਵੱਡੇ ਅਫਸਰ ਰਹੇ ਹੋ, ਤੁਸੀਂ ਕੁੜਤਾ ਚਾਦਰੀ ਦੱਬੀ ਰੱਖਦੇ? ਵੇਖੋ ਪਹਿਲਾਂ ਮੈਨੂੰ ਪਤਾ ਲੱਗ ਗਿਆ ਵੀ ਸਾਡੀ ਗੁਲਾਮੀ ਹੈ ਪੈਂਟ ਕੋਟ ਤਾਂ, ਜਿਹੜਾ ਰੇਪ ਪਜਾਮਾ ਹਾਂ ਤੇ ਐਚਕਨ ਹੈ। ਇੱਕ ਸਾਡੇ ਤੇ ਇੱਕ ਰਾਜਾ ਕਿੰਗ ਡੇਰੀਅਸ ਰਾਜਾ ਦੂਜਾ ਈਰਾਨ ਨੇ ਸਾਡੇ ਤੇ ਰਾਜ ਕੀਤਾ ਹਿੰਦੁਸਤਾਨ ਤੇ। ਸਾਡੇ ਤੇ ਜਿਹੜਾ ਮਰਜ਼ੀ ਬਾਹਰੋਂ ਆ ਕੇ ਰਾਜ ਕਰ ਲੇ, ਸਾਡੀ ਰਾਜ ਕਰਦਾ ਸ਼੍ਰੇਣੀ ਨੂੰ ਕੋਈ ਸ਼ਰਮ ਨਹੀਂ। ਲੋਕੀ ਅਣਭੋਲ ਮਾਸੂਮ ਨੇ, ਰਾਜ ਕਰਦਾ ਸ਼੍ਰੇਣੀ ਬੇਈਮਾਨ ਹੈ ਤੇ ਉਹਨਾਂ ਨੇ ਉਹਨੂੰ ਹਰਾਤਾ। ਉਹਨਾਂ ਦੇ ਕੋਲੋਂ ਕੀ ਲੈ ਲਿਆ? ਪਜਾਮਾ ਤੇ ਐਚਕਨ ਲੈ ਲਈ। ਹੁਣ ਜਿਹੜਾ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਜਿਹਨੂੰ ਖਾਨਦਾਨੀ ਬੰਦਾ ਕਿਹਾ ਜਾਂਦਾ, ਖਾਨਦਾਨੀ, ਉਹਦੇ ਐਚਕਨ ਤੇ ਰੇਪ ਪਜਾਮਾ ਪਾਇਆ ਜਾਊਗਾ। ਤੇ ਮੈਂ ਇਹਨੂੰ ਥੋੜ੍ਹੀ ਜਿਹੀ ਮੈਂ ਬੋਲਣ ਦੀ ਆਜ਼ਾਦੀ ਲੈਣਾ ਵੀ ਜਿਹੜਾ ਬੰਦਾ ਐਚਕਨ ਤੇ ਰੇਪ ਪਜਾਮੇ ਵਾਲਾ, ਗਿੱਟੇ ਤੋਂ ਪਜਾਮਾ ਜਿੰਨਾ ਟਾਈਟ ਹੁੰਦਾ, ਗਿੱਟੇ ਤੋਂ ਪਜਾਮਾ ਜਿੰਨਾ ਤੰਗ ਹੁੰਦਾ, ਕਮਾਲ ਆ ਉਹ ਬੰਦਾ ਨਾਲੇ ਦਾ ਬੜਾ ਢਿੱਲਾ ਹੁੰਦਾ। ਇਹ ਵੇਖ ਲਓ ਤੁਸੀਂ, ਜਿਹਦੇ ਮਰਜ਼ੀ ਪਾ ਲਓ, ਭਾਵੇਂ ਕੋਈ ਰਾਜਾ ਹੈ, ਭਾਵੇਂ ਵਜ਼ੀਰ ਹੈ, ਤੇ ਭਾਵੇਂ ਵੱਡੇ ਤੋਂ ਵੱਡਾ ਸਿਆਸਤਦਾਨ ਹੈ, ਤੇ ਭਾਵੇਂ ਵੱਡੇ ਤੋਂ ਵੱਡਾ ਅਧਿਕਾਰੀ ਹੈ, ਰੇਪ ਪਜਾਮੇ ਵਾਲਾ ਬੰਦਾ ਤੇ ਐਚਕਨ ਵਾਲਾ ਬੰਦਾ, ਮੈਂ ਤੁਹਾਨੂੰ ਦੱਸਦਾ ਵੀ ਜਿੰਨਾ ਗਿੱਟੇ ਤੋਂ ਪਜਾਮਾ ਤੰਗ, ਉਹਨਾਂ ਲੱਕ ਦਾ ਜਿਹੜਾ ਨਾਲਾ ਉਹਨਾਂ ਦਾ ਢਿੱਲਾ ਹੁੰਦਾ। ਤੇ ਪੰਜਾਬੀ 'ਚ ਢਿੱਲੇ ਨਾਲੇ ਵਾਲੇ ਨੂੰ ਕੀ ਕਹਿੰਦੇ ਆਪਾਂ, ਬਸ ਹਿਸਾਬ ਲਾ ਲਓ, ਠੀਕ ਹੈ ਨਾ। ਇਹ ਕਰਕੇ ਸਾਰੀਆਂ ਚੀਜ਼ਾਂ ਸਾਡੇ ਤੇ ਠੋਸੀਆਂ। ਮੈਨੂੰ ਪਤਾ ਲੱਗ ਗਿਆ ਵੀ ਇਹ ਤਾਂ ਗੁਲਾਮੀ ਦਾ। ਤੇ ਮੈਨੂੰ ਲਾਰਡ ਮਕਾਲਾ ਜਦੋਂ ਮੈਂ ਪੜ੍ਹਿਆ
ਉਹ ਵੀ ਪਤਾ ਲੱਗ ਗਿਆ ਗੁਲਾਮੀ ਹੈ। ਇਸ ਕਰਕੇ ਮੈਨੂੰ ਤੇ ਪੈਂਟ ਕੋਟ ਤੇ ਟਾਈ ਵਾਲਿਆਂ ਤੇ ਤਰਸ ਆਉਂਦਾ ਹੈ ਵੀ ਵਿਚਾਰੇ ਗੁਲਾਮ ਫਿਰਦੇ ਆ ਯਾਰ, ਇਹਨੂੰ ਕਦੋਂ ਅਕਲ ਆਊਗੀ। ਬਾਪੂ ਜੀ ਤੁਹਾਨੂੰ ਮਸ਼ਹੂਰੀ ਜਿਹੜੀ ਹੈ ਔਰਤ ਨੂੰ ਲੈ ਕੇ ਉਸ ਦੇ ਉੱਪਰ ਲੱਗਦਾ ਜਿਵੇਂ ਇਤਰਾਜ਼ ਹੋਵੇ। ਜਿਹੜੇ ਪੁਰਾਣੇ ਸਮੇਂ ਸਨ, ਰਾਜੇ ਮਹਾਰਾਜੇ ਵੀ ਉਦੋਂ ਪੀਂਦੇ ਹੀ ਸਨ ਸ਼ਰਾਬਾਂ, ਤੇ ਉਦੋਂ ਵੀ ਇਸ ਤਰ੍ਹਾਂ ਹੀ ਚੱਲਦਾ ਹੋਣਾ। ਨਹੀਂ, ਉਦੋਂ ਨਾਰੀ ਨੂੰ ਵੱਖਰਾ ਕੀਤਾ ਜਾਂਦਾ ਸੀ। ਰਾਜੇ ਮਹਾਰਾਜੇ ਸਭ ਕੁਝ ਕਰਨ ਦੇ ਬਾਵਜੂਦ ਬੜੇ ਗੁਨਾਹੀ ਹੁੰਦੇ ਸੀ, ਉਹ ਅਯਾਸ਼ ਹੁੰਦੇ ਸੀ, ਤੇ ਇਸਤਰੀ ਉਹਨਾਂ ਦੇ ਲਈ ਇੱਕ ਵਸਤੂ ਹੁੰਦੀ ਸੀ। ਵੇਖੋ ਨਾ, ਇੱਕ ਰਾਜਾ ਉਹ 300 ਇਸਤਰੀ ਨਾਲ ਵਿਆਹ ਕਰਾ ਲੈਂਦਾ, 150 ਨਾਲ ਵੀ ਕਰਾ ਲੈਂਦਾ, 50 ਨਾਲ ਵੀ ਕਰਾ ਲੈਂਦਾ, ਤੇ ਕਈ ਪੁਰਾਣੇ ਵੇਲੇ 'ਚ 5-5 7-7 ਵਿਆਹ ਵਾਲੇ ਤਾਂ ਆਪਣੇ ਪਿੰਡਾਂ 'ਚ ਵੀ ਬੈਠੇ ਹੁੰਦੇ ਸੀਗੇ। ਉਹ ਯਾਰ ਬੰਦਾ ਬੜਾ ਖਾਨਦਾਨੀ ਹੈ, ਕੀ ਗੱਲ ਹੈ ਕਿ ਇਹਨਾਂ ਤਾਂ ਜੰਮਦੇ ਵਿਆਹੇ ਜਾਂਦੇ ਆ। ਜੇ ਉਹਨੂੰ ਪੁੱਛੇ ਜੇ ਜਨਾਨੀ 5 ਵਿਆਹ ਕਰਾ ਲੇ, ਉਹਨੂੰ ਪੁੱਛੋ ਹੁਣ ਦੱਸੋ ਤੁਹਾਡਾ ਖਾਨਦਾਨ ਕਿੱਧਰ ਗਿਆ। ਜਨਾਨੀ ਦਾ ਵਿਆਹ ਟੋਲਰੇਟ ਨਹੀਂ ਹੁੰਦਾ, ਬੰਦਾ ਭਾਵੇਂ 50 ਕਰਾ ਲੇ। ਕੀ ਇਹ ਫਿਊਡਲ ਸਿਸਟਮ ਹੈ। ਜਿਹੜੀ ਪਹਿਲੇ ਜ਼ਮਾਨੇ ਦੇ ਵਿੱਚ, ਜਿਵੇਂ ਹੁਣ ਸ਼ਰਾਬ ਦੀ ਆਪਾਂ ਗੱਲ ਕਰ ਰਹੇ ਹਾਂ, ਤਾਂ ਸ਼ਰਾਬ ਜਿਹੜੀ ਹੈ ਕੀ ਉਸ ਦੀ ਪਹਿਲਾਂ ਕੋਈ ਪਰਦੇਦਾਰੀ ਵੀ ਹੁੰਦੀ ਸੀ? ਸ਼ਰਮੰਦੇ ਸੀ ਬਾਕਾਇਦਾ, ਕੋਈ ਸਾਹਮਣੇ ਨਹੀਂ, ਵੱਡੇ ਬਜ਼ੁਰਗ ਦੇ ਸਾਹਮਣੇ ਨਹੀਂ ਪੀਂਦਾ ਸੀ, ਕੋਈ ਚਾਚਾ ਤਾਇਆ ਆਂਦਾ ਉਹਦੇ ਸਾਹਮਣੇ ਨਾ ਪੀਂਦਾ। ਜੇ ਕੋਈ ਮਾਂ ਭੈਣ ਆ ਜਾਂਦੀ ਉਹਦੇ ਕੋਲੇ ਵੀ ਨਾ, ਉਹ ਭਾਈ ਕੁੜੀਆਂ ਆਉਂਦੀਆਂ, ਓਏ ਮਾਤਾ ਆ ਗਈ, ਉਹ ਦਾਦੀ ਆ ਗਈ, ਓਏ ਬਾਬਾ ਆ ਗਿਆ, ਉਹ ਤਾਇਆ ਆ ਗਿਆ, ਸ਼ਰਮੰਦੇ ਸੀ। ਜਿਹੜੀ ਬੋਤਲ ਹੁੰਦੀ ਸੀ ਨਾ, ਅਖੌਤੀ ਬੋਤਲ, ਇਹ ਤਾਂ ਲੋਕੀ ਹੱਥ 'ਚ ਫੜ ਕੇ ਨਹੀਂ ਜਾਂਦੇ ਸੀ, ਡੱਬ 'ਚ ਟੰਗ ਕੇ ਲਿਜਾਂਦੇ ਸੀ, ਜਾਂ ਕਿਸੇ ਝੋਲੇ 'ਚ ਬਲੇਟਦੇ, ਕੱਪੜੇ 'ਚ ਬਲੇਟਦੇ, ਸ਼ਰਮੰਦੇ ਸੀ। ਹੁਣ ਆਪਾਂ ਸ਼ਰਾਬ ਪੀਂਦੇ ਹਾਂ ਚੌਂਕ 'ਚ। ਵਾਰਿਸ ਸ਼ਾਹ ਨੇ ਕਿਹਾ ਵੀ ਵਾਰਿਸ ਸ਼ਾਹ ਲੁਕਾਈਏ ਜਗਤ ਕੋਲੋਂ ਤੇ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਇਹ ਤਾਂ ਬਗਾਨੀ ਸ਼ਰਾਬ ਚੌਂਕ 'ਚ ਖੜ ਕੇ ਪੀਂਦੇ ਆ ਕਿ ਨਹੀਂ? ਇਸ ਕਰਕੇ ਇਹਨਾਂ ਨੇ ਸਾਡੀਆਂ ਮਰਿਆਦਾਵਾਂ ਵੀ ਤੋੜਤੀਆਂ, ਸਾਡੀ ਨੈਤਿਕਤਾ ਵੀ ਭੰਗ ਕਰਤੀ, ਕਿਉਂਕਿ ਇਹਨਾਂ ਨੇ ਸ਼ਰਾਬ ਨੂੰ ਇੱਕ ਇਹਨਾਂ ਦਾ ਪ੍ਰੋਡਕਟ ਹੈ, ਉਹ ਵੇਚਣਾ ਹੈ ਤੇ ਨਫਾ ਕਮਾਉਣਾ, ਤੇ ਨਫੇ ਦੇ ਵਿੱਚੋਂ ਇਹਨਾਂ ਨੇ ਨਫੇ ਨੂੰ ਫੇਰ ਇਹਨਾਂ ਨੇ ਘੁਟਾਲੇ ਕਰਨੇ ਤੇ ਮੌਜਾਂ ਕਰਨੀਆਂ। ਡਾਕਟਰ ਔਲਖ, ਜਦੋਂ ਵੀ ਗੱਲ ਆਉਂਦੀ ਹੈ ਅਫੀਮ ਦੀ, ਅਫੀਮ ਸ਼ਬਦ ਦਾ ਨਾਮ ਸਾਹਮਣੇ ਆਉਂਦੇ ਹੀ ਐਂ ਲੱਗਦਾ ਜਿਵੇਂ ਆਲੇ ਦੁਆਲੇ ਕੋਈ ਅਮਲੀ ਖੜਾ ਹੋਵੇ, ਅਮਲੀ ਹੁਣ। ਤੇ ਜਿਹੜਾ ਅਮਲੀ ਹੈ ਉਸ ਨੂੰ ਵੀ ਮਤਲਬ ਬੜੇ ਬੁਰੇ ਜਿਹੇ ਢੰਗ ਨਾਲ ਉਸ ਨੂੰ ਪੇਸ਼ ਕੀਤਾ ਜਾਂਦਾ, ਇਹ ਬੜਾ ਮਾੜਾ ਜਿਹਾ ਸੋਚਿਆ ਜਾਂਦਾ। ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਖਸਖਾ ਦੀ ਖੇਤੀ ਦੀ ਮੰਗ ਹੋ ਰਹੀ ਹੈ, ਭੁੱਕੀ ਅਫੀਮ ਦੇ ਠੇਕੇ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅਫੀਮ ਹੈ ਇਹ ਹਜ਼ਾਰਾਂ ਸਾਲਾਂ ਤੋਂ ਇੱਥੇ ਰਹੀ ਹੈ ਜੀ। ਇਹ ਕੋਈ ਅੱਜ ਤਾਂ ਆਈ ਨਹੀਂ, ਤੇ ਹਜ਼ਾਰਾਂ ਸਾਲ ਪਹਿਲੇ ਰਮਾਇਣ ਮਹਾਭਾਰਤ ਦੇ ਕਾਲ ਤੋਂ ਵੀ ਪਹਿਲਾਂ ਦੀ ਇੱਥੇ ਹੈਗੀ ਹੈ। ਤੇ ਦੂਜਾ, ਇੱਕ ਅਫੀਮ ਇੱਕ ਪੌਦੇ 'ਚੋਂ ਨਿਕਲਦੀ ਹੈ। ਪੌਦਾ ਤੇ ਜਿਵੇਂ ਆਪਣੇ ਜੀਵਕ ਵੈਦ ਜੀ ਨੇ ਕਿਹਾ ਸੀ ਕਿ ਸਾਰੇ ਹੀ ਪੌਦੇ ਜਿਹੜੇ ਨੇ ਇਹਨਾਂ 'ਚ ਵੈਦਿਕ ਗੁਣ ਹੁੰਦੇ ਨੇ। ਇੱਕ ਜੜੀ ਬੂਟੀ ਹੈ ਨਾ, ਇੱਕ ਜੜੀ ਬੂਟੀ ਹੈ, ਭੰਗ ਵੀ ਇੱਕ ਜੜੀ ਬੂਟੀ ਹੈ, ਤੇ ਇਦਾਂ ਦੇ ਪੋਸਟ ਵੀ ਇੱਕ ਜੜੀ ਬੂਟੀ ਹੈ। ਇਹ ਤੇ ਹਜ਼ਾਰਾਂ ਸਾਲਾਂ ਤੋਂ ਇੱਥੇ ਹੈਗੀਆਂ ਨੇ। ਇਹਨਾਂ ਨਾਲ ਕੋਈ ਸਮਾਜ ਦੇ ਵਿੱਚ ਕੋਈ ਐਡਾ ਵੱਡਾ ਭੁਚਾਲ ਨਹੀਂ ਆਇਆ, ਕੋਈ ਐਡੀ ਵੱਡੀ ਨੂਹ ਨਦੀ ਨਹੀਂ ਚੱਲ ਗਈ ਹੈ, ਕੋਈ ਐਡਾ ਵੱਡਾ ਤਬਾਹੀ ਨਹੀਂ ਮਚ ਗਈ, ਤੇ ਇਹ ਚੱਲੀ ਜਾ ਰਿਹਾ ਸੀਗਾ। ਤੇ ਇਹ ਤੇ ਜਿਵੇਂ ਬਾਪੂ ਜੀ ਨੇ ਦੱਸਿਆ ਕਿ ਜਦੋਂ ਸਰਕਾਰਾਂ ਦੀਆਂ ਗੰਦੀਆਂ ਨਜ਼ਰਾਂ ਪੈਂਦੀਆਂ ਨੇ ਕਿਸੇ ਚੀਜ਼ ਤੇ, ਉਹਨਾਂ ਨੇ ਉਹ 'ਚੋਂ ਰੈਵਨਿਊ ਕਮਾਉਣਾ ਹੁੰਦਾ, ਉਹਦੇ ਵਿੱਚ ਚੀਜ਼ਾਂ ਰੈਗੂਲੇਟ ਹੋਣੀਆਂ ਸ਼ੁਰੂ ਹੁੰਦੀਆਂ ਨੇ। ਟੈਕਨੀਕਲ ਸ਼ਬਦ ਹੈ ਰੈਗੂਲੇਟ। ਉਹ ਜਦੋਂ ਰੈਗੂਲੇਟ ਕਰਦੇ ਆ ਨਾ, ਉਹ ਰੈਗੂਲੇਟ ਨਹੀਂ ਕਰਦੇ ਹੁੰਦੇ, ਉਹ ਡੀਜਨਰੇਟ ਕਰ ਰਹੇ ਹੁੰਦੇ, ਚੀਜ਼ਾਂ ਨੂੰ ਬੇੜਾ ਗਰਕ ਕਰ ਰਹੇ ਹੁੰਦੇ ਆ। ਤੇ ਉਹਨਾਂ ਨੇ ਜਦੋਂ ਪਾਲਿਸੀਆਂ ਬਣਾਈਆਂ, ਸਭ ਤੋਂ ਪਹਿਲਾਂ ਇਹ ਗੰਦ ਪਾਇਆ ਕੰਪਨੀ ਸਰਕਾਰ ਨੇ ਇਹ ਗੰਦ ਪਾਇਆ 1812 ਦੇ ਆਸ-ਪਾਸ। ਉਦੋਂ ਮਤਲਬ 1857 ਦੇ ਗਦਰ ਤੋਂ ਬਹੁਤ ਪਹਿਲਾਂ ਉਹਨਾਂ ਨੇ ਇਹਨੂੰ ਰੈਗੂਲੇਟ ਕੀਤਾ। ਅਫੀਮ ਨੂੰ ਰੈਗੂਲੇਟ ਕਰਕੇ ਉਹਨਾਂ ਨੇ ਮਨਚੂਰੀਆ ਦੇ ਵਿੱਚ ਜਾ ਕੇ ਵੇਚੀ ਹੈ, ਤੇ ਮਨਚੂਰੀਆ ਦੇ ਵਿੱਚ ਵੇਚ ਕੇ ਸਾਰਾ ਚਾਈਨਾ ਉਹਨਾਂ ਨੇ ਅਮਲੀ ਬਣਾਤਾ। ਇੱਥੇ ਲੋਕਾਂ ਨੂੰ ਖਾਣੀ ਵੀ ਮਨਾ ਕੀਤੀ, ਤੇ ਇੱਥੇ ਖੇਤੀ ਜਿਹੜੀ ਉਹ ਕੰਟਰੋਲ ਕਰ ਲਈ ਉਹਨਾਂ ਨੇ ਸਾਰੀ। ਤੇ ਉਹ ਇਸ ਕਹਿਣ ਦਾ ਮਤਲਬ ਕਿ ਪਹਿਲਾਂ ਉਹ ਕੰਪਨੀ ਸਰਕਾਰ ਨੇ ਕੀਤਾ, ਕੰਪਨੀ ਸਰਕਾਰ ਹੀ ਵਪਾਰੀਆਂ ਦੀ, ਤੇ ਮੁੜ ਕੇ ਆ ਗਈ ਅੰਗਰੇਜ਼ਾਂ ਦੀ ਸਰਕਾਰ, ਉਹ ਵੀ ਬਗਾਨੀ ਸਰਕਾਰ ਸੀਗੀ, ਉਹਨੇ ਵੀ ਉਹੋ ਹੀ ਨਿਯਮ ਅੱਗੇ ਵਧਾਏ। ਫਿਰ ਸੰਨ 47 ਵਿੱਚ ਜਿਹੜੀ ਸਾਨੂੰ ਸੋ ਕਾਲਡ ਆਜ਼ਾਦੀ ਮਿਲੀ, ਉਹ ਕਾਲੇ ਅੰਗਰੇਜ਼ ਆ ਗਏ, ਗੋਰੇ ਚਲੇ ਗਏ, ਕਾਲੇ ਆ ਗਏ। ਉਹ ਕਾਲੇ ਅੰਗਰੇਜ਼ਾਂ ਨੇ ਉਹ ਪਾਲਿਸੀਆਂ ਸਗੋਂ ਹੋਰ ਭਿਆਨਕ ਰੂਪ ਦੇ ਵਿੱਚ, ਹੋਰ ਗਲਤ ਰੂਪ ਦੇ ਵਿੱਚ ਚਾਲੂ ਰੱਖੀਆਂ, ਅੱਜ ਵੀ ਉਹ ਚੱਲ ਰਹੀਆਂ ਨੇ। ਹੁਣ ਕੀ ਹੁੰਦਾ ਕਿ ਮੰਨ ਲਓ ਕਿਸੇ ਕੋਲੋਂ ਅਫੀਮ ਫੜੀ ਗਈ, ਬੰਦੇ ਤੇ ਕੇਸ ਹੋ ਗਿਆ। ਹੁਣ ਜਦੋਂ ਕੇਸ ਹੋ ਗਿਆ, ਪੁਲਿਸ ਫੜ ਕੇ ਲੈ ਗਈ, ਤੇ ਉਹ ਬੰਦਾ ਹੋ ਗਿਆ ਸਮਾਜ ਦੇ ਵਿੱਚ ਇੱਕ ਸ਼ੱਕੀ ਬੰਦਾ ਬਣ ਗਿਆ। ਜਦੋਂ ਸ਼ੱਕੀ ਬੰਦਾ ਬਣ ਗਿਆ, ਮਸਕੂਕ ਹੋ ਗਿਆ, ਤੇ ਉਹ ਇੱਕ ਟੈਬੂ ਹੋ ਗਿਆ, ਕੋਈ ਵੀ ਉਹਦੇ ਨਾਲ ਖੜਨਾ ਨਹੀਂ ਚਾਹੁੰਦਾ। ਤੇ ਇਸ ਕਰਕੇ ਇਹ ਜਿਹੜੀ ਬੁਰਾਈ ਸਾਨੂੰ ਨਜ਼ਰ ਆ ਰਹੀ ਹੈ, ਇਹ ਯਾਨੀ ਅੰਗਰੇਜ਼ੀ 'ਚ ਅਸੀਂ ਸ਼ਬਦ ਯੂਜ਼ ਕਰਦੇ ਹਾਂ ਟੈਬੂ। ਇਹ ਟੈਬੂ ਸਰਕਾਰਾਂ ਦਾ ਕ੍ਰੀਏਟ ਕੀਤਾ ਹੋਇਆ, ਸਿਸਟਮ ਦਾ ਕ੍ਰੀਏਟ ਕੀਤਾ ਹੋਇਆ, ਇਹ ਹੁਕਮਰਾਨ ਜਮਾਤਾਂ ਦਾ ਕ੍ਰੀਏਟ ਕੀਤਾ ਹੋਇਆ। ਬਲਕਿ ਅਗਰ ਅਫੀਮ ਸੀਗੀ ਜਾਂ ਇਹ ਭੰਗ ਸੀਗੀ, ਇਹ ਜਿਹੜੇ ਰਵਾਇਤੀ ਨਸ਼ੇ ਸੀਗੇ, ਇਹਨਾਂ ਜਦ ਤੱਕ ਇਹ ਰਹੇ ਨੇ ਤਦ ਤੱਕ ਸਾਡੇ ਕੋਲ ਚਿੱਟਾ ਨਹੀਂ ਆਇਆ,
ਕੈਮੀਕਲ ਨਸ਼ੇ ਨਹੀਂ ਆਏ, ਜਿਹੜੀ ਹੁਣ ਬਰਬਾਦੀ ਹੋ ਰਹੀ ਆ, ਇੰਨੀਆਂ ਮੌਤਾਂ ਹੋ ਰਹੀਆਂ ਨੌਜਵਾਨਾਂ ਦੀਆਂ, ਅਗਰ ਇਹਨਾਂ ਚੀਜ਼ਾਂ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਸਮਾਜ ਚੋਂ ਬਾਹਰ ਨਾ ਕੀਤਾ ਹੁੰਦਾ, ਵੈਕਿਊਮ ਪੈਦਾ ਨਾ ਕੀਤਾ ਹੁੰਦਾ, ਉਹ ਵੈਕਿਊਮ ਭਰਨ ਵਾਸਤੇ ਹੁਣ ਦੇਖੋ ਕਿ ਅੱਜ ਪੰਜਾਬ 'ਚ ਕੀ ਹੋ ਰਿਹਾ। ਮਤਲਬ ਅਸੀਂ ਮਤਲਬ ਇਹ ਨਹੀਂ ਕਹਿੰਦੇ ਕਿ ਮਤਲਬ ਜਿਹੜਾ ਲੋਕਾਂ 'ਚ ਜਿਹੜੀ ਪਰਸੈਪਸ਼ਨ ਬਣੀ ਹੋਈ ਆ, ਹੋ ਸਕਦਾ ਫੈਕਟ ਇਹ ਤੋਂ ਮਤਲਬ ਉਲਟ ਹੋਣ ਜਾਂ ਗਲਤ ਵੀ ਹੋ ਸਕਦੇ ਨੇ, ਪਰ ਲੋਕਾਂ 'ਚ ਇਹ ਹੋ ਗਿਆ ਕਿ ਜਿਹੜਾ ਇੱਕ ਮਜੀਠੀਆ ਨਾਂ ਦਾ ਮੰਤਰੀ ਹੁੰਦਾ ਸੀ, ਉਹ ਮਤਲਬ ਉਹਨੂੰ ਲੋਕਾਂ ਦੀ ਨਜ਼ਰਾਂ ਵਿੱਚ ਹੋ ਗਿਆ ਕਿ ਇਹ ਇੱਕ ਡਰੱਗ ਲਾਰਡ ਸੀ। ਹੁਣ ਹਕੀਕਤ ਕੀ ਆ ਆਪਾਂ ਨਹੀਂ ਜਾਣਦੇ, ਪਰ ਲੋਕਾਂ ਦੀਆਂ ਨਜ਼ਰਾਂ 'ਚ ਉਹ ਸ਼ੱਕੀ ਹੋ ਗਿਆ। ਤੇ ਇਹ ਜੇ ਇੱਕ ਮੰਤਰੀ ਹੋ ਗਿਆ, ਕੀ ਪਤਾ ਕਿੰਨੇ ਮੰਤਰੀ। ਡਾਕਟਰ ਸਾਹਿਬ ਤੁਸੀਂ ਪਿਛਲੀ ਆਪਣੀ ਇੰਟਰਵਿਊ ਦੇ ਦੌਰਾਨ ਹੀ ਇਹ ਗੱਲ ਕਹੀ ਸੀ ਕਿ ਜਿਹੜੇ ਇਹ ਸਾਲਟ ਨੇ ਇਹਨਾਂ ਨੂੰ ਮਿਲਾ ਕੇ ਕੁਝ ਨਵੀਂ ਕੋਈ ਦਵਾਈ ਤਿਆਰ ਕਰ ਦੇਣੀ, ਇਹ ਬੜਾ ਖੱਬੇ ਹੱਥ ਦਾ ਕੰਮ ਹੈ। ਮੈਂ 10ਵੀਂ ਪਾਸ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕਿਸੇ ਨੂੰ ਦੱਸ ਦਿੱਤਾ ਸੀ ਉਹ ਕੁਝ ਵੀ ਕਰਵਾ ਸਕਦੇ ਆ। ਤੇ ਪਰ ਤੁਸੀਂ ਇਹ ਵੀ ਦੱਸਿਆ ਸੀ ਨਾਲ ਕਿ ਜਿਹੜਾ ਚਿੱਟਾ ਹੈ ਇਸ ਦੇ ਵਿੱਚ ਜਿਹੜੇ ਸਾਲਟ ਪੈਂਦੇ ਨੇ ਉਹਨਾਂ ਤੋਂ ਕੋਈ ਖਾਸ ਗੱਲ ਹੀ ਕੋਈ ਨਹੀਂ ਹੈਗੀ, ਇਸ ਨੂੰ ਤਿਆਰ ਕਰ ਦੇਣਾ। ਤਾਂ ਫਿਰ ਇਹ ਕਿਤੇ ਨਾ ਕਿਤੇ ਜਿਹੜੇ ਚੱਕਰ ਨੇ ਆਪਾਂ ਕਿਸੇ ਇੱਕ ਜਾਂ ਧਿਰ ਨੂੰ ਜਾਂ ਦੋ ਧਿਰਾਂ ਨੂੰ ਕਹਿ ਸਕਦੇ, ਕੀ ਪਤਾ ਇਹਦੇ ਪਿੱਛੇ ਕਿਹੋ ਜਿਹੀ ਲਾਬੀ ਕੰਮ ਕਰਨ ਦੀ। ਦੇਖੋ ਡਰੱਗ ਦੇ ਨਾ 3 ਇੰਟਰਨੈਸ਼ਨਲ ਅੱਡੇ ਨੇ, ਇੱਕ ਹੈਗਾ ਵਾ ਮੈਕਸੀਕੋ, ਕੋਲੰਬੀਆ ਵਗੈਰਾ, ਦੂਜਾ ਹੈਗਾ ਅਫਗਾਨਿਸਤਾਨ, ਤੀਜਾ ਹੈਗਾ ਗੋਲਡਨ ਟ੍ਰਾਇੰਗਲ। ਗੋਲਡਨ ਟ੍ਰਾਇੰਗਲ ਦੇ ਵਿੱਚ ਬਿਲਕੁਲ ਜਮਾਂ ਹੀ ਅਨਪੜ੍ਹ ਬੰਦੇ, ਜਿਨ੍ਹਾਂ ਦੀ ਕੋਈ ਪੜ੍ਹਾਈ ਨਹੀਂ ਆ, ਜਿਨ੍ਹਾਂ ਕੋਲ ਬੜੀਆਂ ਹੀ ਮੇਕਸ਼ਿਫਟ ਲੈਬਾਰਟਰੀਆਂ ਨੇ, ਮਤਲਬ ਬਿਲਕੁਲ ਹੀ ਬੇਕਾਰ ਜੀਆਂ ਲੈਬਾਰਟਰੀਆਂ ਨੇ, ਉਹਨਾਂ ਦੇ ਵਿੱਚ ਉਹ ਹੈਰੋਇਨ ਤਿਆਰ ਕਰਦੇ ਆ ਪਿਓਰ। ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਕਿੰਨੇ ਕੁ ਟੈਕਨੀਕਲ ਨੋ-ਹਾਉ ਦੀ ਜਾਂ ਨੌਲੇਜ ਦੀ ਜ਼ਰੂਰਤ ਹੈਗੀ ਆ ਨਾ। ਇਹ ਚੀਜ਼ਾਂ ਇਵੇਂ ਹੀ ਤਿਆਰ ਹੁੰਦੀਆਂ ਨੇ, ਬਿਲਕੁਲ ਅਨਪੜ੍ਹ ਬੰਦੇ ਉਹਨਾਂ ਕੰਮਾਂ ਨੂੰ ਸੰਭਾਲਦੇ ਆ। ਔਰ ਦੁਨੀਆ ਤੇ 100% ਜਿਹੜੀ ਆ ਨਾ ਕੋਕੇਨ ਤੇ 100%, ਹੀਰੋਇਨ ਤੇ 100%, ਉਹ ਕੀ ਕਹਿੰਦੇ ਹੋਰ ਨਸ਼ੇ ਜਿਹੜੇ ਹੈਗੇ ਨੇ, ਕਰੈਕ ਹੋ ਗਈ ਜਾਂ ਮੈਥ ਹੋ ਗਈ ਜਾਂ ਆਈਸ ਹੋ ਗਈ, ਉਹ ਤਿਆਰ ਹੁੰਦੇ ਨੇ। ਤੇ ਉਹ ਚੀਜ਼ਾਂ ਜਿਹੜੀਆਂ ਇਦਾਂ ਪੈਦਾ ਹੋ ਰਹੀਆਂ ਨੇ, ਬਹੁਤ ਬੜੇ ਟੈਕਨੀਕਲ ਨੌਲੇਜ ਦੀ ਲੋੜ ਨਹੀਂ ਹੈਗੀ। ਹੁੰਦਾ ਕੀ ਆ ਕਿ ਜੇ ਤੁਸੀਂ ਜਾਂਦੇ ਹੋ, ਮਤਲਬ ਹੁਣ ਤੁਸੀਂ ਇੱਕ ਵਪਾਰ ਆ, ਦਵਾਈਆਂ ਦਾ ਇੱਕ ਵਪਾਰ ਆ, ਕਿਉਂਕਿ ਇਹ ਬਹੁਤ ਸਾਰੀਆਂ ਡਰੱਗ ਜਿਹੜੀਆਂ ਨੇ, ਜਿਵੇਂ ਹੁਣ ਮਿਥਾਈਲ ਐਮਫੈਟਾਮੀਨ ਹੋ ਗਈ, MDMA ਹੋ ਗਈ, ਹੈ ਇਹ ਸਾਰੀਆਂ ਜਿਹੜੀਆਂ ਨੇ ਮਤਲਬ ਦਵਾਈਆਂ 'ਚ ਵੀ ਯੂਜ਼ ਹੁੰਦੀਆਂ ਨੇ, ਹੈ ਤੇ ਸੂਡੋਨਾਰਐਫਿਡਰਿਨ ਹੋ ਗਈ, ਇਹ ਮਤਲਬ ਬੇਸਿਕਲੀ ਜ਼ੁਕਾਮ ਦੀਆਂ ਦਵਾਈਆਂ ਨੇ ਜਾਂ ਡਿਪਰੈਸ ਕਰਨ ਵਾਸਤੇ, CNS ਨੂੰ ਡਿਪਰੈਸ ਕਰਨ ਵਾਸਤੇ ਦਵਾਈਆਂ ਨੇ। ਔਰ ਇਹਨਾਂ ਦੀਆਂ ਮਤਲਬ ਬਕਾਇਦਾ ਸਪਲਾਈ ਚੇਨ ਹੈ। ਤੇ ਉਹ ਕਹਿਣ ਦਾ ਮਤਲਬ ਕਿ ਇਹ ਬਹੁਤ ਸਸਤੇ ਸਾਲਟ ਹੁੰਦੇ ਆ, 1000-2000 ਰੁਪਏ ਕਿਲੋ। ਮੇਰੇ ਕੋਲ ਇੱਕ ਕੋਟੇਸ਼ਨ ਪਈ ਆ 900 ਰੁਪਏ ਕਿਲੋ। ਹੁਣ ਹੁੰਦਾ ਕੀ ਆ ਕਿ ਇਹਦੇ ਵਿੱਚ ਜਦੋਂ ਡਰੱਗ ਲਾਡ ਆਉਂਦੇ ਆ, ਸਰਕਾਰਾਂ ਇਨਵੋਲਵ ਹੁੰਦੀਆਂ, ਪੁਲਿਸ ਇਨਵੋਲਵ ਹੁੰਦੀ ਆ, ਤੰਤਰ ਇਨਵੋਲਵ ਹੁੰਦਾ। ਇਹ ਮਤਲਬ ਇੱਕ ਟ੍ਰੇਡ ਬਣ ਗਿਆ। ਇੱਕ ਪਾਸੇ ਤਾਂ ਪਾਬੰਦੀਆਂ ਲੱਗੀਆਂ, ਦੂਜੇ ਪਾਸੇ ਇੱਕ ਬਣ ਗਿਆ ਵਪਾਰ। ਹੁਣ 1000-2000 ਰੁਪਏ ਦੀ ਚੀਜ਼ ਵਿਕਦੀ ਹੈ 5 ਕਰੋੜ ਰੁਪਏ ਦੀ, ਤੇ ਉਹ 5 ਕਰੋੜ ਦਾ ਪ੍ਰੋਫਿਟ ਤਾਂ ਉਹ ਬੰਦਾ ਕਮਾਏਗਾ ਨਾ ਜਿਹੜਾ ਇਹਦਾ ਵਪਾਰ ਕਰ ਰਿਹਾ, ਯਾਨੀ ਕਿ ਡਰੱਗ ਮਾਫੀਆ, ਡਰੱਗ ਕਾਰਟਲ ਜਿਹੜਾ ਪੈਸਾ ਕਮਾ ਰਿਹਾ। ਹੁਣ ਦੂਜੇ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਇਹ ਗੱਲਾਂ ਲੋਕਾਂ 'ਚ ਆਉਂਦੀਆਂ ਨੇ ਤੇ ਸਰਕਾਰਾਂ ਦੀ ਪਾਲਿਸੀ ਇਹ ਹੁੰਦੀ ਹੈ ਕਿ ਅਸੀਂ 150 ਕਰੋੜ ਦੀ ਡਰੱਗ ਪਕੜ ਲਈ, 400 ਕਰੋੜ ਦੀ ਡਰੱਗ ਪਕੜ ਲਈ। ਉਹ ਤੁਹਾਨੂੰ ਦੇਖਿਆ ਸੀ ਕਿ ਉਹ ਕਿਹੜੀ ਇੱਕ ਪੋਰਟ ਆ 22000 ਕਰੋੜ ਦੀ ਡਰੱਗ, 20000 ਕਰੋੜ ਦੀ, ਇੱਕ 22000 ਕਰੋੜ ਦੀ ਪਕੜ ਲਈ। ਉਹ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਬੰਦਾ ਹੁਣ ਜੁਰਮ ਦੇ ਧੰਦੇ 'ਚ ਆ, ਉਹ ਸੋਚਦਾ ਯਾਰ ਇੱਧਰ ਪੈਸਾ ਬਹੁਤ ਆ ਤੇ ਅਸੀਂ ਕਿਉਂ ਨਾ ਇਸ ਧੰਦੇ ਵਿੱਚ ਆਈਏ। ਹੁਣ ਜਿਹੜੀਆਂ ਇਹ ਕੀਮਤਾਂ ਨੇ, ਜਿਹੜੀਆਂ ਪ੍ਰੋਜੈਕਟ ਕੀਤੀਆਂ ਜਾਂਦੀਆਂ ਨੇ, ਉਹ ਅਸਲੀ ਕੀਮਤਾਂ ਨਹੀਂ ਹੁੰਦੀਆਂ। ਉਹ ਕੀਮਤਾਂ ਮਤਲਬ ਕਈ ਹਜ਼ਾਰ ਗੁਣਾ, 10,000 ਗੁਣਾ ਵਧਾ ਕੇ ਦੱਸੀਆਂ ਜਾਂਦੀਆਂ। ਚੀਜ਼ ਹੋ ਜਾਂਦੀ ਹੈ ਗਲੈਮਰਾਈਜ਼, ਚੀਜ਼ ਹੁੰਦੀ ਹੈ ਸੈਂਸੇਸ਼ਨਲਾਈਜ਼। ਉਹਦੇ ਨਾਲ ਕੀ ਹੁੰਦਾ ਕਿ ਹਰ ਬੰਦੇ ਦਾ ਨਾ ਧਿਆਨ ਉੱਧਰ ਚਲਿਆ ਜਾਂਦਾ। ਔਰ ਜਿਹੜਾ ਇਹ ਧੰਦਾ ਵੱਧ ਫੁੱਲ ਰਿਹਾ, ਇਹਦੇ ਵਿੱਚ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਦਾ ਬਹੁਤ ਬੜਾ ਯੋਗਦਾਨ ਹੈ। ਤੁਹਾਂ ਇੱਕ ਕੇਸ ਦੇਖਿਆ ਸੀਗਾ ਕਿ ਬੀਕਾਨੇਰ ਤੋਂ ਇੱਕ ਬੰਦਾ ਚੱਲ ਕੇ ਆਇਆ, ਲੁਧਿਆਣੇ 86 ਲੱਖ ਰੁਪਏ ਦੀ ਪੇਮੈਂਟ ਲੈ ਕੇ ਗਿਆ। ਫਿਰੋਜ਼ਪੁਰ ਦੀ ਪੁਲਿਸ ਨੇ ਨਾਰਕੋਟਿਕ ਵਾਲਿਆਂ ਨੂੰ ਰੋਕ ਲਿਆ, ਉਹਦੇ ਵਿੱਚੋਂ 81 ਲੱਖ ਰੁਪਇਆ ਉਹਨਾਂ ਗਾਇਬ ਕਰ ਦਿੱਤਾ। 5 ਲੱਖ ਰੁਪਇਆ ਡਰੱਗ ਮਨੀ ਪਾ ਕੇ ਤੇ ਕੋਲੋਂ 1 ਕਿਲੋ ਮਤਲਬ ਹੀਰੋਇਨ ਪਾ ਦਿੱਤੀ। ਹੁਣ ਦੱਸੋ ਵੀ ਇਹ ਖੁਦ ਹੀ ਸਰਕਾਰ ਕਹਿੰਦੀ ਹੈ ਕਿ 10 ਕਰੋੜ ਦੀ ਆ। ਕਿਹੜਾ ਬੰਦਾ 81 ਲੱਖ ਰੁਪਇਆ ਖਾਣ ਵਾਸਤੇ 10 ਕਰੋੜ ਦੀ ਹੀਰੋਇਨ ਪੱਲਿਓਂ ਪਾਏਗਾ? ਇਹਦਾ ਮਤਲਬ ਹੈ ਕਿ ਉਹ ਜਿਹੜੀ ਕਿਲੋ ਹੀਰੋਇਨ ਆ ਉਹਦੀ ਕੀਮਤ ਘੱਟੋ ਘੱਟ 81 ਲੱਖ ਤਾਂ ਹੈ ਨਹੀਂ, ਔਰ ਉਹ ਬਹੁਤ ਥੱਲੇ ਆ, ਔਰ ਉਸ ਤੋਂ ਵੀ ਉਹ ਬਹੁਤ ਥੱਲੇ ਹੋਏਗੀ। ਹੈ ਇਹਦਾ ਮਤਲਬ ਹੈ ਕਿ ਇਹ ਚੀਜ਼ਾਂ ਇੰਨੀਆਂ ਉੱਚੀਆਂ ਪ੍ਰੋਜੈਕਟ ਕਿਉਂ ਕੀਤੀਆਂ ਜਾਂਦੀਆਂ ਨੇ, ਚੀਜ਼ਾਂ ਗਲੈਮਰਾਈਜ਼ ਕਿਉਂ ਕੀਤੀਆਂ ਜਾਂਦੀਆਂ ਨੇ? ਬਿਲਕੁਲ ਫਿਲਮ ਇੰਡਸਟਰੀ ਵਾਂਗ ਇਹਨਾਂ ਨੇ, ਸਰਕਾਰਾਂ ਦੀਆਂ ਗਲਤ ਪਾਲਿਸੀਆਂ ਨੇ ਇੱਕ ਇੰਡਸਟਰੀ ਪੈਦਾ ਕਰ ਦਿੱਤੀ, ਇੱਕ ਲੋਕਾਂ ਦੇ ਵਿੱਚ ਨਾ ਇੱਕ ਅਟਰੈਕਸ਼ਨ ਪੈਦਾ ਕਰ ਦਿੱਤੀ। ਅਟਰੈਕਸ਼ਨ ਕਰਕੇ ਅੱਜ ਕੀ ਹੋਇਆ ਕਿ ਹੁਣ ਜਦੋਂ ਕੋਈ ਬੰਦਾ ਅਟਰੈਕਟ ਹੋ ਕੇ ਜਾਂਦਾ ਕਾਰੋਬਾਰ ਦੇ ਵਿੱਚੋਂ ਬਚਦਾ ਬਚਾਉਂਦਾ ਤਾਂ ਕੁਝ ਹੈ ਨਹੀਂ, ਬੰਦਾ ਉਲਟਾ ਇੱਕ ਦਲਦਲ 'ਚ ਫਸ ਜਾਂਦਾ। ਮੁੜ ਕੇ ਸਾਡੇ ਮੁੰਡੇ ਹਜ਼ਾਰਾਂ ਨਹੀਂ ਲੱਖਾਂ ਹੀ ਪੰਜਾਬ ਦੇ ਵਿੱਚ ਜੇਲ੍ਹਾਂ 'ਚ ਬੈਠੇ ਆ ਇਹਨਾਂ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਕਰਕੇ। ਇਹ ਯਾਨੀ ਕਿ ਦਵਾਈਆਂ ਦੀ ਜਿਹੜੀ ਸਪਲਾਈ ਹੋ ਰਹੀ ਆ, ਵਪਾਰ ਹੋ ਰਿਹਾ, ਉਹ ਤਾਂ ਸਕੈਂਡਲ ਹੈ ਹੀ ਆ। ਜਿਹੜੀ ਰਿਕਵਰੀ ਹੋ ਰਹੀ ਆ ਉਹ ਉਸ ਤੋਂ ਵੀ ਵੱਡਾ ਸਕੈਂਡਲ ਹੈ। ਬਾਪੂ ਜੀ, ਜੇਕਰ ਖਸਖਸ ਦੀ ਖੇਤੀ ਜਿਹੜੀ ਹੈ, ਕਿਉਂਕਿ ਭਾਰਤ ਦੇ ਕਈ ਸਟੇਟਾਂ ਦੇ ਵਿੱਚ ਪਹਿਲਾਂ ਹੀ ਹੋ ਰਹੀ ਹੈ, ਆਲਰੇਡੀ ਹੋ ਰਹੀ ਹੈ,
ਜੇ ਪੰਜਾਬ ਦੇ ਵਿੱਚ ਹੁੰਦੀ ਹੈ ਫੀਮ ਭੁੱਕੀ ਦੇ ਠੇਕੇ ਵੀ ਖੋਲੇ ਜਾਂਦੇ ਨੇ। ਜਿਹੜੇ ਲੋਕ ਨਸ਼ਾ ਨਹੀਂ ਕਰਦੇ ਉਹਨਾਂ ਦਾ ਤਰਕ ਇਹ ਹੈ ਕਿ ਲੋਕ ਨਸ਼ੇੜੀ ਹੋ ਜਾਣਗੇ। ਪਹਿਲਾਂ ਇੰਨੀ ਭਰਮਾਰ ਹੈ ਨਸ਼ਿਆਂ ਦੀ, ਤੁਹਾਡਾ ਕੀ ਦਿਮਾਗ 'ਚ ਫਰਕ ਪਿਆ? ਕਿਉਂਕਿ ਇਹੋ ਜਿਹਾ ਕੁਝ ਸਾਨੂੰ ਸੁਣਨ ਨੂੰ ਮਿਲਿਆ, ਕਿਉਂਕਿ ਇਸ ਮੁਹਿੰਮ ਦੇ ਵਿੱਚ 2016 ਤੋਂ ਅਸੀਂ ਜੁੜੇ ਹੋਏ ਆ। ਤਾਂ ਤੁਹਾਡੀ ਨਜ਼ਰ ਤੋਂ ਤੁਸੀਂ ਇੰਨਾ ਜ਼ਿੰਦਗੀ ਦਾ ਤਜਰਬੇ ਵੀ ਹੰਢਾਏ ਨੇ, ਸਰਕਾਰੀ ਤੰਤਰ 'ਚ ਰਹਿ ਕੇ ਵੀ, ਸਮਾਜ ਦੇ ਵਿੱਚ ਵਿਚਰ ਕੇ ਵੀ, ਫਿਰ ਇਹਦੇ ਨਾਲ ਠੀਕ ਹੋ ਜਾਏਗਾ ਜਾਂ ਖਰਾਬ ਹੋਏਗਾ ਕੰਮ? ਨਹੀਂ, ਦੋ ਗੱਲਾਂ ਬੇਟੇ। ਜਦੋਂ ਕਿਸੇ ਚੀਜ਼ ਦੀ ਬਹੁਤਾਤ ਵੀ ਬਹੁਤ ਜ਼ਿਆਦਾ ਹੋ ਜੇ ਉਦੋਂ ਵੀ ਲੋਕੀ ਕਹਿੰਦੇ ਵੀ ਚਲੋ ਚਾਹ ਨਹੀਂ ਪੀਣੀ ਤਾਂ ਥੋੜੀ ਜਿਹੀ ਖਾ ਲਓ। ਉਹ ਬਹੁਤਾਤ ਵੀ ਬਹੁਤ ਮਾੜੀ ਹੈ। ਤੇ ਜਾਂ ਬਿਲਕੁਲ ਚੱਕ ਦਿਓ, ਫਿਰ ਬੰਦਾ ਬਲੈਕ ਦੀ ਲੈ ਕੇ ਤੇ ਮਹਿੰਗੀ ਤੋਂ ਮਹਿੰਗੀ ਲੈ ਕੇ ਖਾਂਦਾ ਹੈ। ਦੋਨੇ ਸਿਰਾਂ ਦੇ ਵਿੱਚ ਮਨੁੱਖ ਦਾ ਘਾਣ ਆਉਣਾ ਹੁੰਦਾ ਹੈ। ਪਰ ਹੁਣ ਚੇਤਨਾ ਦੀ ਵੀ ਲੋੜ ਹੈ। ਹੁਣ ਇੱਕ ਬਜ਼ੁਰਗ ਨੂੰ, ਬੱਚੇ ਨੂੰ ਚੇਤਨਾ ਦਿੱਤੀ ਜਾ ਸਕਦੀ ਹੈ, ਪੁੱਤ ਵੀ ਆਹ ਦਵਾਈ ਹੈ, ਆਹ ਫੀਮ ਹੈ, ਆਹ ਖਸਖਸ ਹੈ, ਇਹਨਾਂ ਦਾ ਮੈਡੀਸਨਲ ਵੈਲਿਊ ਤਾਂ ਹੈ, ਪਰ ਇਹ ਤੁਹਾਡੀ ਖੁਰਾਕੀ ਮੁੱਲ ਨਹੀਂ ਹੈ। ਇਹਦੇ ਨਾਲ ਥੋੜੀ ਤਾਕਤ ਨਹੀਂ ਵਧੂਗੀ। ਉਹ ਥੋੜੀ ਤਾਕਤ ਜੋ ਮਰਜ਼ੀ ਕਹੇ ਘਟਦੀ ਹੈ। ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਏ ਵੀ ਭਾਈ ਮੈਨੂੰ ਨਸ਼ਾ ਤਾਂ ਦਿੰਦੀ ਹੈ ਪਰ ਮੈਨੂੰ ਤਾਕਤ ਨਹੀਂ ਦਿੰਦੀ, ਤੇ ਇਹ ਬੰਦੇ ਫਿਰ ਉਹ ਇਹਨਾਂ ਚੀਜ਼ਾਂ ਨੂੰ ਬੇਲੋੜਾ ਨਹੀਂ ਖਾਂਦੇ। ਅਦਰਵਾਈਜ਼ ਤਾਂ ਇੱਕ ਸਧਾਰਨ ਦਵਾਈ ਹੈ, ਵੈਦ ਵੀ ਦੱਸ ਦਿੰਦਾ, ਡਾਕਟਰ ਵੀ ਦੱਸ ਦਿੰਦਾ, ਹਕੀਮ ਵੀ ਦੱਸ ਦਿੰਦਾ, ਤੇ ਉਹ ਖਾਣ ਨਾਲ ਤੇ ਬੰਦਾ ਬਿਮਾਰ ਨਹੀਂ ਨਾ ਹੁੰਦਾ, ਉਹਦਾ ਇਲਾਜ ਕਰਦਾ। ਕਿਸਾਨ ਜਥੇਬੰਦੀਆਂ ਦੇ ਵਿੱਚੋਂ ਹੀ ਹਰਿੰਦਰ ਸਿੰਘ ਲੱਖੋਵਾਲ ਨੇ ਬਕਾਇਦਾ ਉਹ ਨਾ ਕਿਸਾਨਾਂ ਨੂੰ ਮਿਲ ਕੇ ਆਣੇ, ਜਿਹੜੀ ਖੇਤੀ ਕਰ ਰਹੇ ਨੇ, ਉਹਨਾਂ ਦਾ ਕੋਈ ਬੰਦਾ ਵੀ ਨਹੀਂ ਵਰਤ ਰਿਹਾ, ਨਾ ਭੁੱਕੀ ਵਰਤ ਰਿਹਾ, ਨਾ ਫੀਮ ਖਾਂਦੇ ਨੇ। ਤੁਸੀਂ ਇਹ ਲਾ ਲਓ ਨਾ, ਹਲਵਾਈ ਦੁਕਾਨ ਤੇ ਬੈਠਾ ਹੁੰਦਾ ਨਾ, ਹਲਵਾਈ ਦੀ ਦੁਕਾਨ ਤੇ ਹਲਵਾਈ ਬੈਠਾ, ਉਹਦੇ ਨਾਲ ਵੱਧ ਤਾਂ ਕਿਸੇ ਵੇਲੇ ਹਲਵਾਈ ਉਹਨੇ ਖਾ ਸਕਦਾ ਨਾ। ਉਹ ਕਮਾਲ ਹੈ, ਉਸੇ ਹੀ ਮਠਿਆਈ ਦਾ ਇੱਕ ਕਿਣਕਾ ਮਾਤਰ ਵੀ ਜੀਭ ਤੇ ਨਹੀਂ ਧਰਦਾ ਹੈ, ਲੋਕੀ ਸਾਰੇ ਲੈਂਦੇ ਆ। ਇਸੇ ਕਰਕੇ ਜਦੋਂ ਤੁਸੀਂ ਖੇਤੀ ਕਰੋ ਇਹਨੂੰ ਕੋਈ ਨਹੀਂ ਖਾਂਦਾ, ਇਹ ਪੱਕੀ ਗੱਲ ਹੈ। ਉਹ ਛੱਡੋ ਭਾਈ, ਇਹ ਖੇਤੀ ਹੈ, ਗਾਹਾਂ ਵੇਚੋ, ਜਿੱਥੇ ਗਾਹਾਂ ਲੋੜ ਆਪੇ ਸਰਕਾਰ ਵੇਚ ਦੂ, ਪਰ ਲੋਕੀ ਆਪ ਨਹੀਂ ਖਾਂਦੇ। ਇਹ ਆਪ ਉਦੋਂ ਖਾਂਦੇ ਜਦੋਂ ਇਹਨੂੰ ਗਲੈਮਰਾਈਜ਼ ਕਰਦੇ ਆ। ਇੱਕ ਸ਼ਬਦ ਬੋਲਿਆ ਇਹਨਾਂ ਨੇ, ਸੈਂਸੇਸ਼ਨਲ ਪੈਦਾ ਹੁੰਦੀ ਹੈ, ਸ਼ਬਦ ਬੋਲਿਆ। ਇੱਕ ਇਤਿਹਾਸਕ ਫੈਕਟ ਹੈ ਕਿ ਹਿੰਦੁਸਤਾਨ 'ਚ ਮਾਫੀਆ ਕਿੱਥੇ ਆਇਆ? ਸਭ ਤੋਂ ਪਹਿਲਾਂ ਆਇਆ ਮਦਰਾਸ 'ਚ। ਮਦਰਾਸ 'ਚ ਕੀ ਹੋਇਆ ਸੀ? ਸ਼ਰਾਬ ਤੇ ਪਾਬੰਦੀ ਲੱਗੀ। ਸ਼ਰਾਬ ਤੇ ਪਾਬੰਦੀ ਲੱਗਦਿਆਂ ਹੀ ਉੱਥੇ ਮਾਫੀਆ ਹੋਇਆ। ਬਾਅਦ ਵਿੱਚ ਪਾਬੰਦੀ ਲੱਗਦੀ ਹੈ ਸ਼ਰਾਬ ਦੇ ਉੱਤੇ ਬੰਬੇ 'ਚ, ਦੂਜਾ ਮਾਫੀਆ ਉੱਥੇ ਆਰਗੇਨਾਈਜ਼ ਹੋਇਆ। ਅੱਜ ਜਿਹੜਾ ਹਿੰਦੁਸਤਾਨ ਦਾ ਜਿਹੜਾ ਸਭ ਤੋਂ ਵੱਡਾ ਸ਼ਰਾਬ ਦਾ ਮਾਫੀਆ ਹੈ ਉਹ ਗੁਜਰਾਤ 'ਚ ਹੈ। ਗੁਜਰਾਤ ਦੇ ਵਿੱਚ ਕਹਿਣ ਨੂੰ ਪਾਬੰਦੀ ਲੱਗੀ ਹੋਈ ਹੈ। ਤੁਸੀਂ ਕਿਤੇ ਬੈਠ ਕੇ ਕਿਤੇ ਖੜੇ ਹੋ ਕੇ ਫੋਨ ਕਰੋ, ਸ਼ਰਾਬ ਤੁਹਾਨੂੰ ਕਿਹੜੇ ਬ੍ਰਾਂਡ ਦੀ ਚਾਹੀਦੀ ਹੈ ਉੱਥੇ ਮਿਲ ਜਾਂਦੀ ਹੈ, ਡਿਲੀਵਰੀ, ਹੋਮ ਡਿਲੀਵਰੀ ਹੋ ਜਾਂਦੀ ਹੈ। ਬਿਹਾਰ ਦੇ ਵਿੱਚ ਸ਼ਰਾਬ ਦਾ ਐਡਾ ਬੜਾ ਮਾਫੀਆ ਖੜਾ ਕੀਤਾ ਗਿਆ। ਜਦੋਂ ਸਰਕਾਰਾਂ ਆ ਕੇ ਇਨਵੋਲਵ ਹੁੰਦੀਆਂ ਨੇ, ਪਾਬੰਦੀਆਂ ਲੱਗਦੀਆਂ ਨੇ, ਰੈਗੂਲੇਟ ਹੁੰਦੀਆਂ ਨੇ ਚੀਜ਼ਾਂ, ਉੱਥੇ ਹੀ ਮਾਫੀਆ ਖੜਾ ਹੁੰਦਾ, ਕਾਟਲ ਬਣ ਜਾਂਦੇ ਆ। ਇਸ ਕਰਕੇ ਮਤਲਬ ਮੇਰਾ ਇਹ ਕਹਿਣਾ ਹੈਗਾ, ਸਰਕਾਰ ਇਸ ਚੀਜ਼ 'ਚੋਂ ਬਾਹਰ ਨਿਕਲ ਜਾਏ। ਸਰਕਾਰ ਨੇ ਜਿੰਨਾ ਕੁ ਮਤਲਬ ਉਡਾਉਣੀ ਸੀ ਉਡਾ ਦਿੱਤੀ ਹੈ। ਮਤਲਬ ਰੈਗੂਲੇਸ਼ਨ 'ਚੋਂ ਬਾਹਰ ਨਿਕਲ ਜਾਏ। ਹਜ਼ਾਰਾਂ ਸਾਲਾਂ ਤੋਂ ਅਫੀਮ ਇੱਥੇ ਸੀ, ਭੰਗ ਇੱਥੇ ਸੀ, ਇਹ ਚੱਲ ਰਹੀਆਂ ਸੀ ਚੀਜ਼ਾਂ, ਕੋਈ ਏਡਾ ਬੜਾ ਨੁਕਸਾਨ ਨਹੀਂ ਸੀ ਹੋਇਆ। ਜਦੋਂ ਦੀਆਂ ਨਾ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ, ਗੰਦੀਆਂ ਨਜ਼ਰਾਂ ਇੱਥੇ ਪਈਆਂ ਨੇ। ਤੇ ਸਰਕਾਰ ਦੇ ਬਾਰੇ ਇੱਕ ਡੈਫੀਨੇਸ਼ਨ ਇਹ ਵੀ ਹੁੰਦੀ ਹੈ ਪੋਲੀਟੀਕਲ ਇਕਾਨਮੀ ਦੇ ਵਿੱਚ, ਗਵਰਨਮੈਂਟ ਇਜ਼ ਏ ਬੈਂਡ ਆਫ ਹਾਈਵੇ ਰੋਬਰਸ। ਹੁਣ ਦੀ ਸਰਕਾਰਾਂ ਨੇ ਆਪਣੀ ਉਹ ਡੈਫੀਨੇਸ਼ਨ ਜਿਹੜੀ ਹੈ ਨਾ ਚਰਿਤਾਰਥ ਕਰ ਦਿੱਤੀ ਆ, ਸਾਬਤ ਕਰ ਦਿੱਤੀ ਆ। ਇਹ ਸਰਕਾਰਾਂ ਹਾਈਵੇ ਰੋਬਰ ਤੋਂ ਵੀ ਜ਼ਿਆਦਾ ਗੰਦੀਆਂ ਹੋ ਚੁੱਕੀਆਂ ਨੇ। ਔਰ ਇਹਨਾਂ ਨੇ ਆਪਣੇ ਟੈਕਸਾਂ ਦੇ ਚੱਕਰਾਂ ਦੇ ਵਿੱਚ, ਪਲੱਸ ਜਿਵੇਂ ਦੱਸਿਆ ਤੁਹਾਨੂੰ ਕਿ ਹੁਣੇ ਪੁਲਿਸ ਦੀ ਮਿਲੀ ਭਗਤ ਨਾਲ, ਪੋਲੀਟੀਕਲ ਜਮਾਤ ਦੀ ਮਿਲੀ ਭਗਤ ਨਾਲ, ਇਹਨਾਂ ਹੁਕਮਰਾਨਾਂ ਦੀ ਮਿਲੀ ਭਗਤ ਦੇ ਨਾਲ ਹੀ ਇਹ ਸਾਰੇ ਮਾਫੀਏ ਚੱਲਦੇ ਨੇ। ਇਹਨਾਂ ਨੂੰ ਪ੍ਰੋਟੈਕਸ਼ਨ ਮਿਲਦੀ ਆ ਔਰ ਸਮਾਜ ਦਾ ਹੋ ਰਿਹਾ ਬੇੜਾ ਗਰਕ, ਨੌਜਵਾਨ ਮਰ ਰਹੇ ਨੇ। ਅਗਰ ਇਹ ਚੀਜ਼ਾਂ ਗਲੈਮਰਾਈਜ਼ ਨਾ ਹੁੰਦੀਆਂ ਤੇ ਇਹ ਜਿਹੜੇ ਹਾਲਾਤ ਸੀ ਬੜੇ ਚੰਗੇ ਹੋਣੇ ਸੀਗੇ। ਸਰਕਾਰਾਂ ਨੂੰ ਅਫੀਮ ਦੀ ਰੈਗੂਲੇਸ਼ਨ 'ਚੋਂ, ਭੰਗ ਦੀ ਰੈਗੂਲੇਸ਼ਨ 'ਚੋਂ ਬਾਹਰ ਨਿਕਲ ਜਾਣਾ ਚਾਹੀਦਾ। ਕੈਨੇਡਾ ਦੇ ਵਿੱਚ ਭੰਗ ਜਿਹੜੀ ਡੀਰੈਗੂਲੇਟ ਹੋ ਗਈ ਆ, ਅਮਰੀਕਾ ਦੇ 34-35 ਸਟੇਟਾਂ 'ਚ ਡੀਰੈਗੂਲੇਟ ਹੋ ਗਈ ਆ, ਉੱਥੇ ਕੋਈ ਨੁਕਸਾਨ ਨਹੀਂ ਹੋਇਆ। ਤੇ ਸਾਨੂੰ ਵੀ ਇਹ ਚੀਜ਼ਾਂ ਫੋਲੋ ਕਰਨੀਆਂ ਪੈਣਗੀਆਂ। ਸੰਦੀਪ, ਤੁਸੀਂ ਨੌਜਵਾਨ ਹੋ, ਅੱਜ ਜਿਸ ਤਰ੍ਹਾਂ ਨਸ਼ੇ ਦਾ ਬੋਲਬਾਲਾ, ਜਿਹੜੇ ਮਾਰੂ ਨਸ਼ੇ ਨੇ ਪੰਜਾਬ ਦੇ ਵਿੱਚ ਨੇ ਜਾਂ ਸਾਡੇ ਭਾਰਤ ਪੂਰੇ ਇੰਡੀਆ ਦੇ ਵਿੱਚ ਅਜਿਹਾ ਕੁਝ ਵਰਤਾਰਾ ਕਿਤੇ ਘੱਟ ਹੈ ਤੇ ਕਿਤੇ ਵੱਧ ਹੈ, ਤੁਹਾਨੂੰ ਕਿਵੇਂ ਲੱਗਦਾ ਕਿਸ ਤਰ੍ਹਾਂ ਇਸ ਨੂੰ ਠੱਲ ਪਾਈ ਜਾ ਸਕੇਗੀ? ਕਿਉਂਕਿ ਜਿਹੜੀ ਅਫਸਰਸ਼ਾਹੀ ਹੈ, ਸਾਰੇ ਅਫਸਰ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ, ਲੋਕ ਵੀ ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ। ਉਹਨਾਂ ਦੇ ਧੀਆਂ ਪੁੱਤ ਵੀ ਕਈ ਇਹੋ ਜਿਹੇ ਪਰਿਵਾਰ ਅਫਸਰਾਂ ਦੇ ਹੈਗੇ ਨੇ ਜਿਹੜੇ ਸੰਤਾਪ ਹੰਢਾ ਰਹੇ ਨੇ ਅੱਜ ਚਿੱਟੇ ਵਰਗੇ ਮਾਰੂ ਨਸ਼ਿਆਂ ਦਾ। ਭਾਰਤ ਨੂੰ ਕਿਵੇਂ ਬਚਾਇਆ ਜਾ ਸਕਦਾ ਸੰਖੇਪ 'ਚ? ਦੇਖੋ, ਗੱਲ ਇਹ ਹੈ ਜੀ, ਜੇ ਆਪਾਂ ਗੱਲ ਮੰਨੀਏ ਤਾਂ ਜਿਵੇਂ ਚਿੱਟਾ ਹੋ ਗਿਆ, ਫੀਮ ਹੋ ਗਿਆ, ਭਾਵੇਂ ਪੰਜਾਬ 'ਚ ਇਹ ਉਗਾਇਆ ਨਹੀਂ ਜਾਂਦਾ ਪਰ ਯੂਜ਼ ਪੰਜਾਬ 'ਚ ਸਭ ਤੋਂ ਵੱਧ ਹੋ ਰਿਹਾ ਹੈ। ਤਾਂ ਇਹ ਹੈ ਵੀ ਅਫਸਰਾਂ ਦੇ ਕੁੜੀਆਂ ਮੁੰਡੇ ਵੀ ਖਾਂਦੇ ਨੇ
ਤਾਂ ਕਿਤੇ ਨਾ ਕਿਤੇ ਇਸ ਸਿਸਟਮ ਨੂੰ ਦੇਖੀਏ ਤਾਂ ਭਾਰਤ ਨੂੰ ਇਸ ਜਾਲ ਚੋਂ ਕੱਢਣ ਲਈ ਅਫੀਮ ਦੀ ਖੇਤੀ ਕਰਵਾਉਣੀ ਜ਼ਰੂਰੀ ਹੈ। ਹੁਣ ਬਹੁਤ ਪਿੰਡਾਂ 'ਚ ਫੈਮਲੀਆਂ ਨੇ ਜੋ ਬਜ਼ੁਰਗ ਦੱਸਦੇ ਹੁੰਦੇ ਨੇ ਵੀ ਇਹਨਾਂ ਦੇ ਬਜ਼ੁਰਗ ਅਫੀਮ ਖਾ ਕੇ ਕੰਮ ਕਰਦੇ ਸੀ, ਇਹਨਾਂ ਨੇ ਇਹ ਕੁਝ ਕੀਤਾ ਹੈ। ਮਤਲਬ ਕਿ ਤੁਸੀਂ ਇਹ ਲਾ ਲਓ ਵੀ ਇਹਨਾਂ ਨੇ ਬਹੁਤ ਜ਼ਮੀਨਾਂ ਬਣਾ ਲੀਆਂ, ਬਹੁਤ ਕੁਝ ਮਤਲਬ ਉਹਨਾਂ ਨੇ ਤਰੱਕੀ ਕੀਤੀ ਹੈ ਜੇ ਤੁਸੀਂ ਮੰਨੋ ਤਾਂ ਅਫੀਮ ਦੇ ਨਾਲ ਜੀ।